ਸਤਿ ਸ਼੍ਰੀ ਅਕਾਲ ਬੱਚਿਓ, ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ 6ਵੀਂ ਦੀ ਪੰਜਾਬੀ ਦੀ ਜਮਾਤ ਵਿੱਚ। ਤੇ ਅੱਜ ਅਸੀਂ ਪੜਾਂਗੇ ਪਾਠ ਨੰਬਰ 4 ਜੋ ਕਿ ਇੱਕ ਕਵਿਤਾ ਹੈ ਔਰ ਗੀਤ ਵੀ ਹੈ, ਜਿਸ ਦਾ ਨਾਮ ਹੈ ਧਰਤੀ ਤੇ ਫੈਲ ਰਿਹਾ ਜ਼ਹਿਰ। ਔਰ ਇਹ ਗੀਤ ਲਿਖਿਆ ਹੈ ਗੁਰਦਿਆਲ ਰੋਸ਼ਨ ਨੇ। ਔਰ ਇਸ ਗੀਤ ਵਿੱਚ ਕਵੀ ਨੇ ਪ੍ਰਦੂਸ਼ਣ ਨੂੰ ਧਰਤੀ ਤੇ ਫੈਲ ਰਿਹਾ ਜ਼ਹਿਰ ਕਿਹਾ ਹੈ, ਕਿਉਂਕਿ ਪ੍ਰਦੂਸ਼ਣ ਨਾਲ ਇਸ ਧਰਤੀ ਤੇ ਇੰਨਾ ਜ਼ਹਿਰ ਫੈਲ ਗਿਆ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਔਰ ਇਸ ਫੈਲ ਰਹੇ ਜ਼ਹਿਰ ਦਾ ਮੁੱਖ ਕਾਰਨ ਕੀ ਹੈ? ਵੱਧਦੀ ਹੋਈ ਆਬਾਦੀ। ਆਓ ਅਸੀਂ ਇਸ ਗੀਤ ਨੂੰ ਪੜ੍ਹਦੇ ਹਾਂ ਤੇ ਨਾਲ ਨਾਲ ਸਮਝਾਂਗੇ ਵੀ। ਪਹਿਲਾਂ ਜਿਹਾ ਸਵੇਰਾ ਹੈ ਨਾ ਪਹਿਲਾਂ ਜਿਹੀ ਦੁਪਹਿਰ, ਇਸ ਧਰਤੀ ਦੇ ਕਣ ਕਣ ਅੰਦਰ ਫੈਲ ਗਿਆ ਹੈ ਜ਼ਹਿਰ। ਸਾਫ਼ ਰਹੀ ਨਾ ਪੌਣ ਤੇ ਨਾ ਹੁਣ ਰਿਹਾ ਪਵਿੱਤਰ ਪਾਣੀ, ਬੰਦੇ ਨੇ ਉਲਝਾਈ ਖੁਦ ਹੀ ਇਸ ਜੀਵਨ ਦੀ ਤਾਣੀ। ਇੱਥੇ ਕਵੀ ਕਹਿੰਦਾ ਹੈ ਗੁਰਦਿਆਲ ਰੋਸ਼ਨ ਕਿ ਪਹਿਲਾਂ ਜਿਹਾ ਨਾ ਤਾਂ ਹੁਣ ਸਵੇਰ ਰਹੀ ਹੈ ਤੇ ਨਾ ਹੀ ਪਹਿਲਾਂ ਜਿਹੀ ਦੁਪਹਿਰ ਰਹੀ ਹੈ, ਕਿਉਂਕਿ ਇਸ ਧਰਤੀ ਦੇ ਕਣ ਕਣ ਅੰਦਰ ਜਰੇ ਜਰੇ ਦੇ ਅੰਦਰ ਪ੍ਰਦੂਸ਼ਣ ਦਾ ਜੋ ਜ਼ਹਿਰ ਹੈ ਉਹ ਫੈਲ ਗਿਆ ਹੈ। ਸਾਫ਼ ਰਹੀ ਨਾ ਪੌਣ ਤੇ ਨਾ ਹੁਣ ਰਿਹਾ ਪਵਿੱਤਰ ਪਾਣੀ। ਪੌਣ ਮਤਲਬ ਹਵਾ ਔਰ ਪਵਿੱਤਰ ਮਤਲਬ ਸ਼ੁੱਧ। ਨਾ ਤਾਂ ਹੁਣ ਉਹ ਹਵਾ ਸਾਫ਼ ਹੈ ਤੇ ਨਾ ਹੀ ਪੀਣ ਵਾਲਾ ਪਾਣੀ ਸਾਫ਼ ਹੈ। ਬੰਦੇ ਨੇ ਉਲਝਾਈ ਖੁਦ ਹੀ ਇਸ ਜੀਵਨ ਦੀ ਤਾਣੀ, ਅਤੇ ਬੰਦੇ ਨੇ ਆਪਣਾ ਜੀਵਨ ਆਪ ਹੀ ਜੋ ਹੈ ਬਰਬਾਦ ਕਰ ਲਿਆ ਹੈ। ਉਸਨੇ ਆਪਣੇ ਜੀਵਨ ਨੂੰ ਆਪ ਹੀ ਉਲਝਾ ਲਿਆ ਹੈ। ਪਿੰਡ ਰਹੇ ਨਾ ਰਹਿਣ ਦੇ ਕਾਬਲ, ਯੋਗ ਰਹੇ ਨਾ ਸ਼ਹਿਰ, ਇਸ ਧਰਤੀ ਦੇ ਕਣ ਕਣ ਅੰਦਰ ਫੈਲ ਗਿਆ ਹੈ ਜ਼ਹਿਰ। ਨਾ ਤਾਂ ਹੁਣ ਪਿੰਡਾਂ ਵਿੱਚ ਰਹਿਣ ਦਾ ਕੋਈ ਹਾਲ ਹੈ ਤੇ ਨਾ ਹੀ ਸ਼ਹਿਰਾਂ ਵਿੱਚ, ਕਿਉਂਕਿ ਇਸ ਧਰਤੀ ਦੇ ਕਣ ਕਣ ਅੰਦਰ ਕੀ ਫੈਲ ਗਿਆ ਹੈ? ਪ੍ਰਦੂਸ਼ਣ ਦਾ ਜ਼ਹਿਰ ਫੈਲ ਗਿਆ ਹੈ। ਨੈਕਸਟ ਪੈਰਾ ਕਰਾਂਗੇ ਅਸੀਂ। ਸ਼ੋਰ ਸ਼ਰਾਬਾ ਭੀੜ ਭੜੱਕਾ ਐਨੀ ਆਵਾਜਾਈ, ਹਰ ਬੰਦੇ ਦਾ ਜੀਣਾ ਔਖਾ ਇਸ ਧਰਤੀ ਤੇ ਭਾਈ। ਕਿੰਨੀ ਦੇਰ ਸਹਾਂਗੇ ਰੋਲੇ ਰੱਪੇ ਦਾ ਇਹ ਕਹਿਰ, ਇਸ ਧਰਤੀ ਦੇ ਕਣ ਕਣ ਅੰਦਰ ਫੈਲ ਗਿਆ ਹੈ ਜ਼ਹਿਰ। ਇਸ ਪੈਰੇ ਵਿੱਚ ਕਵੀ ਕਹਿੰਦਾ ਹੈ ਕਿ ਇੰਨਾ ਸ਼ੋਰ ਸ਼ਰਾਬਾ ਹੈ ਸੜਕਾਂ ਦੇ ਉੱਪਰ, ਇੰਨੀ ਭੀੜ ਵੱਧ ਗਈ ਹੈ ਆਵਾਜਾਈ ਦੇ ਸਾਧਨਾਂ ਦੀ, ਯਾਨੀ ਕਿ ਕਾਰਾਂ ਗੱਡੀਆਂ ਮੋਟਰਸਾਈਕਲਾਂ ਦੀ ਇੰਨੀ ਆਵਾਜਾਈ ਵੱਧ ਗਈ ਹੈ ਕਿ ਹਰ ਬੰਦੇ ਦਾ ਜੀਣਾ ਔਖਾ ਹੋ ਗਿਆ ਹੈ ਇਸ ਧਰਤੀ 'ਤੇ। ਕਿੰਨੀ ਦੇਰ ਸਹਾਂਗੇ ਰੋਲੇ ਰੱਪੇ ਦਾ ਇਹ ਕਹਿਰ, ਕਿ ਅਸੀਂ ਕਿੰਨੇ ਤੱਕ ਇਸ ਰੋਲੇ ਰੱਪੇ ਨੂੰ ਸਹਾਂਗੇ, ਇਸ ਸ਼ੋਰ ਨੂੰ ਸਹਿਣ ਕਰਾਂਗੇ, ਕਿਉਂਕਿ ਸਾਨੂੰ ਇਸ ਨਾਲ ਕੀ ਲੱਗ ਰਹੀਆਂ ਹਨ? ਬਹੁਤ ਸਾਰੀਆਂ ਬਿਮਾਰੀਆਂ ਲੱਗ ਰਹੀਆਂ ਹਨ, ਕਿਉਂਕਿ ਇਸ ਧਰਤੀ ਦੇ ਕਣ ਕਣ ਅੰਦਰ ਪ੍ਰਦੂਸ਼ਣ ਦਾ ਜੋ ਜ਼ਹਿਰ ਫੈਲ ਗਿਆ ਹੈ। ਪ੍ਰਦੂਸ਼ਣ ਬਾਰੇ ਤੁਸੀਂ ਜਾਣਦੇ ਹੀ ਹੋ, ਪ੍ਰਦੂਸ਼ਣ 4 ਤਰ੍ਹਾਂ ਦਾ ਹੁੰਦਾ ਹੈ। ਹਵਾ ਦਾ ਪ੍ਰਦੂਸ਼ਣ, ਸ਼ੋਰ ਪ੍ਰਦੂਸ਼ਣ, ਭੂਮੀ ਪ੍ਰਦੂਸ਼ਣ, ਹੈ ਨਾ। ਇਸ ਤਰ੍ਹਾਂ ਜਿਸ ਨੇ ਸਾਨੂੰ ਕਈ ਸਾਰੀਆਂ ਬਿਮਾਰੀਆਂ ਲਗਾ ਦਿੱਤੀਆਂ ਹਨ। ਨੈਕਸਟ ਹੈ, ਤਰ੍ਹਾਂ ਤਰ੍ਹਾਂ ਦੇ ਰੋਗ ਲਗਾਉਂਦਾ ਹੈ ਧੂੰਆਂ ਜ਼ਹਿਰੀਲਾ, ਦੁਨੀਆ ਚੱਟ ਕਰ ਜਾਏਗਾ ਇਹ ਜੇ ਨਾ ਕੀਤਾ ਹੀਲਾ। ਮਾਨਵਤਾ ਫਿਕਰਾਂ ਵਿੱਚ ਤਾਈਓਂ ਰਹਿੰਦੀ ਅੱਠੇ ਪਹਿਰ, ਇਸ ਧਰਤੀ ਦੇ ਕਣ ਕਣ ਅੰਦਰ ਫੈਲ ਗਿਆ ਹੈ ਜ਼ਹਿਰ। ਇਸ ਪੈਰੇ ਵਿੱਚ ਕਵੀ ਕਹਿੰਦਾ ਹੈ ਕਿ ਇਹ ਜਿਹੜਾ ਜ਼ਹਿਰੀਲਾ ਧੂੰਆਂ ਹੈ ਪ੍ਰਦੂਸ਼ਣ ਦਾ, ਇਹ ਸਾਨੂੰ ਕਈ ਤਰ੍ਹਾਂ ਦੇ ਰੋਗ ਲਗਾ ਜਾਂਦਾ ਹੈ, ਅਤੇ ਜੇ ਇਸ ਤਰ੍ਹਾਂ ਹੀ ਅਸੀਂ ਬਿਮਾਰ ਹੁੰਦੇ ਰਹੇ, ਦੁਖੀ ਹੁੰਦੇ ਰਹੇ, ਸਾਨੂੰ ਰੋਗ ਲੱਗਦੇ ਰਹੇ, ਤਾਂ ਇਹ ਜ਼ਹਿਰੀਲਾ ਧੂੰਆਂ ਸਾਰੀ ਦੁਨੀਆ ਨੂੰ ਚੱਟ ਕਰ ਜਾਏਗਾ, ਮਤਲਬ ਲੈ ਕੇ ਚਲਾ ਜਾਏਗਾ, ਯਾਨੀ ਕਿ ਖ਼ਤਮ ਹੋ ਜਾਏਗੀ ਦੁਨੀਆ ਹੌਲੀ ਹੌਲੀ, ਜੇ ਅਸੀਂ ਕੋਈ ਹੀਲਾ ਨਾ ਕੀਤਾ, ਜੇ ਇਸ ਦਾ ਕੋਈ ਅਸੀਂ ਉਪਾਅ ਨਾ ਕੀਤਾ। ਮਾਨਵਤਾ ਫਿਕਰਾਂ ਵਿੱਚ ਤਾਈਓਂ ਰਹਿੰਦੀ ਅੱਠੇ ਪਹਿਰ, ਮਾਨਵਤਾ ਮਤਲਬ ਮਨੁੱਖੀ ਜੀਵਨ ਜੋ ਹੈ, ਇਸੇ ਲਈ ਫਿਕਰਾਂ ਵਿੱਚ ਹੈ ਕਿ ਇਸ ਪ੍ਰਦੂਸ਼ਣ 'ਤੇ ਕਿਸ ਤਰ੍ਹਾਂ ਕਾਬੂ ਪਾਇਆ ਜਾਏ, ਕਿਉਂਕਿ ਇਸ ਧਰਤੀ ਦੇ ਕਣ ਕਣ ਦੇ ਅੰਦਰ ਪ੍ਰਦੂਸ਼ਣ ਰੂਪੀ ਜ਼ਹਿਰ ਜੋ ਹੈ ਫੈਲ ਚੁੱਕਿਆ ਹੈ। ਨੈਕਸਟ ਪੈਰਾ, ਰੁੱਖਾਂ ਦੀ ਜੇ ਇਸ ਤਰ੍ਹਾਂ ਹੀ ਕਰਦੇ ਰਹੇ ਕਟਾਈ, ਇਸ ਧਰਤੀ ਦੇ ਉੱਪਰ ਪਰਲੋ ਆਈ ਕਿ ਬਸ ਆਈ। ਦੇਖਾਂਗੇ ਥਾਂ ਥਾਂ ਤੇ ਪਸਰੀ ਮਾਰੂਥਲ ਦੀ ਗਹਿਰ, ਇਸ ਧਰਤੀ ਦੇ ਕਣ ਕਣ ਅੰਦਰ ਫੈਲ ਗਿਆ ਹੈ ਜ਼ਹਿਰ। ਇੱਥੇ ਕਵੀ ਕਹਿੰਦਾ ਹੈ ਰੁੱਖਾਂ ਦੀ ਜੇ ਇਸ ਤਰ੍ਹਾਂ ਹੀ ਕਰਦੇ ਰਹੇ ਕਟਾਈ, ਕਿਉਂਕਿ ਪ੍ਰਦੂਸ਼ਣ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ? ਸਿਰਫ ਰੁੱਖਾਂ ਦੀ ਸੰਭਾਲ ਕਰਕੇ। ਔਰ ਜੇ ਅਸੀਂ ਰੁੱਖਾਂ ਦੀ ਕਟਾਈ ਕਰਦੇ ਰਹੇ, ਰੁੱਖਾਂ ਨੂੰ ਇਸੇ ਤਰ੍ਹਾਂ ਹੀ ਕੱਟਦੇ ਰਹੇ ਦਿਨੋਂ ਦਿਨ ਆਪਣੇ ਸਵਾਰਥ ਲਈ, ਤਾਂ ਪਰਲੋ ਆਈ ਕਿ ਆਈ। ਪਰਲੋ ਦਾ ਮਤਲਬ ਕੋਈ ਨਾ ਕੋਈ ਮੁਸੀਬਤ ਆ ਜਾਏਗੀ, ਜਿਵੇਂ ਕਿ ਬਾੜ, ਭੂਕੰਪ, ਇਸ ਤਰ੍ਹਾਂ ਦੀ, ਠੀਕ ਹੈ। ਪਰਲੋ ਕਹਿੰਦੇ ਇਹਨਾਂ ਨੂੰ। ਦੇਖਾਂਗੇ ਥਾਂ ਥਾਂ ਤੇ ਪਸਰੀ ਮਾਰੂਥਲ ਦੀ ਗਹਿਰ, ਗਹਿਰ ਹੁੰਦੀ ਹੈ ਧੁੰਦ, ਔਰ ਮਾਰੂਥਲ ਜਿਹਨੂੰ ਤੁਸੀਂ ਹਿੰਦੀ ਵਿੱਚ ਮਰੂਸਥਲ ਕਹਿੰਦੇ ਹੋ, ਠੀਕ ਹੈ, ਰੇਗਿਸਤਾਨ, ਜਿੱਥੇ ਰੇਤ ਹੀ ਰੇਤ ਨਜ਼ਰ ਆਉਂਦੀ ਹੈ, ਜਾਂ ਤਾਂ ਜ਼ਿਆਦਾ ਠੰਡ ਹੋ ਜਾਂਦੀ ਹੈ ਜਾਂ ਜ਼ਿਆਦਾ ਗਰਮੀ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਸਾਨੂੰ ਸਾਰੇ ਪਾਸੇ ਕੀ ਦੇਖਣ ਨੂੰ ਮਿਲੇਗਾ? ਮਾਰੂਥਲ ਦੇਖਣ ਨੂੰ ਮਿਲੇਗਾ, ਕਿਉਂਕਿ ਇਸ ਧਰਤੀ ਦੇ ਕਣ ਕਣ ਅੰਦਰ ਪ੍ਰਦੂਸ਼ਣ ਦਾ ਜ਼ਹਿਰ ਫੈਲ ਚੁੱਕਿਆ ਹੈ। ਨੈਕਸਟ ਅਸੀਂ ਪੜਾਂਗੇ, ਧਰਤੀ ਨੂੰ ਪ੍ਰਦੂਸ਼ਿਤ ਜੇ ਓਂ ਕਰਦੀ ਰਹੀ ਆਬਾਦੀ, ਥਾਂ ਥਾਂ ਤੇ ਨਜ਼ਰੀ ਆਵੇਗੀ ਬਰਬਾਦੀ ਬਰਬਾਦੀ।
ਕੋਸ਼ਿਸ਼ ਕਰੀਏ ਆਬਾਦੀ ਦਾ ਵਾਧਾ ਜਾਵੇ ਠਹਿਰ, ਇਸ ਧਰਤੀ ਦੇ ਕਣ ਕਣ ਅੰਦਰ ਫੈਲ ਗਿਆ ਹੈ ਜ਼ਹਿਰ। ਲਾਸਟ ਦੀਆਂ ਲਾਈਨਾਂ ਵਿੱਚ ਕਵੀ ਕਹਿੰਦਾ ਹੈ, ਧਰਤੀ ਜੇ ਇਸੇ ਤਰ੍ਹਾਂ ਹੀ ਪ੍ਰਦੂਸ਼ਿਤ ਹੁੰਦੀ ਰਹੀ ਔਰ ਆਬਾਦੀ ਵੱਧਦੀ ਰਹੀ ਤਾਂ ਹਰ ਥਾਂ 'ਤੇ ਸਾਨੂੰ ਬਰਬਾਦੀ ਹੀ ਨਜ਼ਰ ਆਏਗੀ, ਤਬਾਹੀ ਹੀ ਨਜ਼ਰ ਆਏਗੀ। ਕਿਉਂਕਿ ਇਸ ਪ੍ਰਦੂਸ਼ਣ ਦਾ ਅਸਲੀ ਕਾਰਨ ਜੋ ਹੈ ਉਹ ਹੈ ਆਬਾਦੀ ਦਾ ਵਧਣਾ। ਜੇ ਮਨੁੱਖ ਜ਼ਿਆਦਾ ਹੋਣਗੇ, ਇਨਸਾਨ ਜ਼ਿਆਦਾ ਹੋਣਗੇ, ਆਬਾਦੀ ਵਧੇਗੀ ਤਾਂ ਪ੍ਰਦੂਸ਼ਣ ਵੀ ਵਧੇਗਾ। ਠੀਕ ਹੈ, ਇਸੇ ਤਰ੍ਹਾਂ ਸਾਨੂੰ ਹਰ ਪਾਸੇ ਤਬਾਹੀ ਨਜ਼ਰ ਆਏਗੀ। ਕੋਸ਼ਿਸ਼ ਕਰੀਏ ਆਬਾਦੀ ਦਾ ਵਾਧਾ ਜਾਵੇ ਠਹਿਰ। ਅੰਤ ਵਿੱਚ ਕਵੀ ਸੰਦੇਸ਼ ਦਿੰਦਾ ਹੈ ਕਿ ਸਾਨੂੰ ਇਸ ਆਬਾਦੀ ਦੇ ਵਾਧੇ 'ਤੇ ਰੋਕ ਲਗਾਉਣੀ ਚਾਹੀਦੀ ਹੈ, ਕਿਉਂਕਿ ਪ੍ਰਦੂਸ਼ਣ ਰੂਪੀ ਜ਼ਹਿਰ ਜੋ ਹੈ ਕਣ ਕਣ ਦੇ ਵਿੱਚ ਫੈਲ ਗਿਆ ਹੈ। ਆਈ ਹੋਪ ਤੁਹਾਨੂੰ ਕਵਿਤਾ ਜੋ ਹੈ ਗੀਤ ਸਮਝ ਆ ਗਿਆ ਹੋਵੇਗਾ। ਅਤੇ ਇਸ ਕਵਿਤਾ ਦੇ ਵਿੱਚੋਂ ਇੱਕ ਸਟੈਂਜਾ ਆਉਂਦਾ ਹੈ ਪੇਪਰ ਵਿੱਚ, ਕਿਸੇ ਵੀ ਕੋਈ ਵੀ 4 ਲਾਈਨਾਂ ਆ ਸਕਦੀਆਂ ਹਨ। ਤੁਸੀਂ ਉਹਨਾਂ ਦੇ ਅਕੋਰਡਿੰਗ ਇੱਕ ਤਾਂ ਕਵੀ ਦਾ ਨਾਮ ਯਾਦ ਕਰਨਾ ਹੈ ਅਤੇ ਇੱਕ ਕਵਿਤਾ ਦਾ, ਔਰ ਬਾਕੀ ਦੇ ਕੁਐਸਚਨਾਂ ਦਾ ਆਨਸਰ ਪੈਰੇ ਵਿੱਚੋਂ ਲੱਭ ਕੇ ਦੇਣਾ ਹੈ। ਠੀਕ ਹੈ, ਧੰਨਵਾਦ। ਕੱਲ੍ਹ ਅਸੀਂ ਕਰਾਂਗੇ ਬੁੱਕ ਪਾਰਟ।